ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਨਾਲ ਜੋ ਕਿ ਹਮੇਸ਼ਾ ਹੀ ਮਰੀਜ਼ਾਂ ਦੀ ਸੇਵਾਵਾਂ ਲਈ ਤਿਆਰ ਰਹਿੰਦੇ ਨੇ ਅਤੇ ਹਮੇਸ਼ਾ ਹੀ ਮਰੀਜ਼ਾਂ ਨੂੰ ਗਾਈਡ ਕਰਦੇ। ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਸੁਰਿੰਦਰ ਗੁਪਤਾ ਜੀ ਦੇ ਨਾਲ, ਜੋ ਕਿ ਸਟਰੀਟ ਨੰਬਰ 4 ਸੁਰਿੰਦਰ ਨਗਰ, ਸ਼ਿਵਪੁਰੀ, ਲੁਧਿਆਣਾ ਵਿਖੇ ਆਪਣੀ ਸੇਵਾਵਾਂ ਦੇ ਰਹੇ ਨੇ। ਡਾਕਟਰ ਸੁਰਿੰਦਰ ਗੁਪਤਾ ਜੀ ਮੈਡੀਕਲ ਅਫਸਰ, ਸਟੇਟ ਬੈਂਕ ਆਫ ਇੰਡੀਆ, AMA ਸੈਂਟਰਲ ਗਵਰਨਮੈਂਟ ਇੰਪਲੋਈਜ਼, ਪ੍ਰੈਜ਼ੀਡੈਂਟ ਆਸ਼ਾ TB ਪ੍ਰੋਜੈਕਟ, ਸੈਕਟਰੀ NIMA ਲੁਧਿਆਣਾ ਡਿਸਟ੍ਰਿਕਟ, ਮੈਨੇਜਿੰਗ ਡਾਇਰੈਕਟਰ ਡਾਇਬਟੀਜ਼ ਫ੍ਰੀ ਵਰਲਡ, ਫਾਊਂਡਰ ਆਈ ਕੈਨ ਗਾਈਡ ਨੇ। ਡਾਕਟਰ ਸੁਰਿੰਦਰ ਗੁਪਤਾ ਜੀ ਵੱਲੋਂ ਕੈਂਸਰ ਦੇ ਪੇਸ਼ੈਂਟਸ ਨੂੰ ਗਾਈਡ ਕੀਤਾ ਜਾਂਦਾ ਹੈ ਬਾਈ ਅਰੇਂਜਿੰਗ ਮਲਟੀ ਐਕਸਪਰਟ ਓਪੀਨੀਅਨਸ ਐਂਡ ਬੈਸਟ ਸੂਟਡ ਥੈਰੇਪੀ ਪਲਾਨਸ ਦੇ ਨਾਲ। ਮਰੀਜ਼ਾਂ ਲਈ ਡਾਕਟਰ ਸੁਰਿੰਦਰ ਗੁਪਤਾ ਜੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਸੁਰਿੰਦਰ ਗੁਪਤਾ ਜੀ ਡਾਇਬਟੀਜ਼, ਥਾਇਰਾਇਡ ਅਤੇ ਬਲੱਡ ਪ੍ਰੈਸ਼ਰ ਦੇ ਮਾਹਿਰ ਨੇ। ਆਓ ਕਰਦੇ ਹਾਂ ਗੱਲਬਾਤ ਡਾਕਟਰ ਸੁਰਿੰਦਰ ਗੁਪਤਾ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਦੇ ਹੈਲਥ ਪਲਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਸੁਰਿੰਦਰ ਗੁਪਤਾ ਜੀ ਦੇ ਨਾਲ। ਇੱਕ ਐਸਾ ਨਾਮ ਜਿਹੜਾ ਪਿਛਲੇ 40 ਸਾਲ ਤੋਂ ਲੋਕਾਂ ਨੂੰ ਡਾਇਬਟੀਜ਼ ਵਰਗੀ ਨਾਮਰਾਦ ਬਿਮਾਰੀ ਤੋਂ ਨਿਜਾਤ ਦਿਵਾ ਰਿਹਾ, ਥਾਇਰਾਇਡ ਦੀ ਜਿਹੜੀਆਂ ਸਕ੍ਰੀਸ਼ਨਸ ਦੀ ਨਾਲ ਪ੍ਰੋਬਲਮਸ ਹੁੰਦੀ ਥਾਇਰਾਇਡ ਦੀ ਉਹਦੇ ਤੋਂ ਤੇ ਹੋਰ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾ ਰਹੇ ਨੇ। ਡਾਕਟਰ ਸੁਰਿੰਦਰ ਗੁਪਤਾ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਕਿਵੇਂ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ ਔਰ ਕਿਵੇਂ ਅੱਜ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋ? ਕਿਉਂਕਿ ਉਹ ਪੇਸ਼ੈਂਟ ਜਿਹੜੇ ਪ੍ਰੀ ਡਾਇਬਟਿਕ ਸੀਗੇ ਉਹਨਾਂ ਨੂੰ ਤੁਸੀਂ ਗੋਲੀਆਂ ਨਹੀਂ ਲੱਗਣ ਦਿੱਤੀਆਂ, ਔਰ ਉਹ ਪੇਸ਼ੈਂਟ ਜਿਹੜੇ ਡਾਇਬਟਿਕ ਸੀਗੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਅੱਜ ਆਪਣੇ ਨਾਲ ਲਿਜਾ ਰਹੇ ਹੋ। ਆਪਣੇ ਲੰਬਾ ਸਫ਼ਰ 40 ਸਾਲ ਹੋ ਗਏ ਉਹਨਾਂ ਨੂੰ ਸ਼ੂਗਰਾਂ ਨੂੰ, ਔਰ ਫਿਰ ਵੀ ਉਹ ਜਿਉਂਦੇ ਰਹਿ ਰਹੇ ਨੇ। ਕੀ ਕਹਿਣਾ ਚਾਹੋਗੇ? ਭਾਈ ਸਾਹਿਬ, ਬਾਤ ਇਹ ਹੈ ਕਿ ਜਦੋਂ ਮੈਂ 1979 ਦੇ ਵਿੱਚ ਡਿਗਰੀ ਕਰਕੇ ਪ੍ਰੈਕਟਿਸ ਦੇ ਵਿੱਚ ਆਇਆ, ਉਦੋਂ ਡਾਇਬਟੀਜ਼ ਕੋਈ ਵੱਡੀ ਬਿਮਾਰੀ ਨਹੀਂ ਸੀਗੀ, ਇਹ ਸਿਰਫ ਅਮੀਰਾਂ ਦੀ ਬਿਮਾਰੀ ਸੀ। ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਕਿ 1990-2000 ਦੇ ਕਰੀਬ ਆ ਕੇ ਉਹ ਲੋਕ ਜਿਹੜੇ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਆਉਂਦੇ ਸੀਗੇ ਕਿ ਸਾਡੇ ਬੱਚਿਆਂ ਦਾ ਇਲਾਜ ਕਰੋ, ਪਰ ਉਹਨਾਂ ਨੂੰ 2000 ਸਾਲ ਤੱਕ ਹੀ ਆਪਣੇ ਆਪ ਨੂੰ ਕੁਛ ਇੱਦਾਂ ਦੀਆਂ ਅਲਾਮਤਾਂ ਹੋ ਗਈਆਂ, ਚਾਹੇ ਉਹ ਹਾਈਪਰਟੈਂਸ਼ਨ ਹੋਵੇ, ਚਾਹੇ ਉਹ ਡਾਇਬਟੀਜ਼ ਹੋਵੇ। ਤਾਂ ਉਹ ਸਾਡੇ ਜਿਹੜੇ ਉਹ ਮਿੱਤਰ ਪਿਆਰੇ ਸੀਗੇ, ਉਹਨਾਂ ਦੀਆਂ ਤਕਲੀਫਾਂ ਨੂੰ ਦੇਖ ਕੇ ਸਾਨੂੰ ਇੱਦਾਂ ਲੱਗਾ ਕਿ ਕੁਛ ਨਾ ਕੁਛ ਕਮੀ ਸਾਡੇ ਐਂਡ 'ਤੇ ਵੀ ਹੋਊਗੀ ਕਿ ਅਸੀਂ ਇਹਨਾਂ ਨੂੰ ਗਾਈਡ ਨਹੀਂ ਕਰ ਪਾਏ, ਕਿ ਜਿਹਦੇ ਨਾਲ ਇਹ ਡਾਇਬਟੀਜ਼ ਦਾ ਇੱਕ ਚੈਲੰਜ ਜਿਹੜਾ ਹੈਗਾ ਉਹ ਬਹੁਤ ਵੱਡਾ ਹੋ ਗਿਆ। ਔਰ ਉਹਦੇ ਉੱਤੇ ਅਸੀਂ 2003 ਤੋਂ ਫਿਰ ਡਾਇਬਟੀਜ਼ ਫ੍ਰੀ ਵਰਲਡ ਦੇ ਬੈਨਰ ਦੇ ਨੀਚੇ ਕੰਮ ਕਰਨਾ ਸ਼ੁਰੂ ਕੀਤਾ। ਵੱਡੇ ਜਿਹੜੀ ਫੈਕਲਟੀ ਸੀਗੀ, ਜਿੰਨੇ ਵੀ ਵੱਡੇ ਹਸਪੀਟਲਾਂ ਦੇ ਜਿਹੜੇ ਐਂਡੋਕ੍ਰਿਨੋਲੋਜਿਸਟ ਡਾਕਟਰ ਸੀਗੇ, ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਕੇ ਉਹਨਾਂ ਤੋਂ ਸਿੱਖਿਆ ਔਰ ਅਸੀਂ ਸੁਸਾਇਟੀ ਨੂੰ ਸਕਰੀਨ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਡਾਇਬਟੀਜ਼ ਦੀ ਜਿਹੜੀ ਇੰਸੀਡੈਂਸ ਹੈ, ਜਿਹੜੀ ਹੋਂਦ ਹੈ ਆਪਣੀ ਸਮਾਜ ਦੇ ਵਿੱਚ, ਉਹਨੂੰ ਅਸੀਂ ਬਿਹਤਰ ਤਰੀਕੇ ਨਾਲ ਜਾਂਚਿਆ, ਪਰਖਿਆ ਔਰ ਉਹਦੇ ਉੱਤੇ ਫਿਰ ਅਸੀਂ ਇੰਡੀਆ ਸਪੈਸੀਫਿਕ ਯਾਨੀ ਆਪਣੇ ਰੀਜਨ ਦੇ ਮੁਤਾਬਕ, ਜਿੱਦਾਂ ਜਿੰਨੀਆਂ ਵੀ ਉਦੋਂ ਕਿਤਾਬਾਂ ਆਉਂਦੀਆਂ ਸੀ ਸਾਰੀਆਂ ਅੰਗਰੇਜ਼ਾਂ ਦੀਆਂ ਸੀਗੀਆਂ, ਲੇਕਿਨ ਅਸੀਂ ਫਿਰ ਕਿਉਂਕਿ ਮੈਂ ਆਯੁਰਵੈਦਿਕ ਗ੍ਰੈਜੂਏਟ ਵੀ ਹਾਂ, ਤਾਂ ਅਸੀਂ ਉਹਨੂੰ ਆਪਣੇ ਆਯੁਰਵੇਦ ਦੇ ਮੁਤਾਬਕ ਕਿ ਜੀਵਨ ਸ਼ੈਲੀ ਦੇ ਵਿੱਚ ਅਸੀਂ ਕੀ ਬਦਲਾਅ ਕਰੀਏ ਜਾਂ ਆਪਣੀ ਡਾਈਟ ਦੇ ਵਿੱਚ ਕੀ ਬਦਲਾਅ ਕਰੀਏ। ਕਿਉਂਕਿ ਸਾਡੇ ਆਯੁਰਵੇਦ ਦੇ ਵਿੱਚ ਤਾਂ ਸ਼ਤਾਯੂ ਪਹਿਲੇ ਹੀ ਲਿਖਿਆ ਹੋਇਆ ਕਿ 100 ਸਾਲ ਦੀ ਉਮਰ ਦੇ ਕੇ ਸਾਨੂੰ ਭਗਵਾਨ ਨੇ ਭੇਜਿਆ ਹੈਗਾ, ਅਤੇ ਅਸੀਂ ਇੱਥੇ ਅਗਰ ਕੋਈ ਬੇਵਕੂਫੀ ਨਹੀਂ ਕਰਦੇ ਤਾਂ ਅਸੀਂ 100 ਸਾਲ ਦੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਉਹ ਆਪਣੀ ਪੂਰੀ ਕਰਕੇ ਔਰ ਸੁੱਖ ਚੈਨ ਦੇ ਨਾਲ ਅਸੀਂ ਪਰਮਾਤਮਾ ਦੇ ਵਿੱਚ ਸਮਾ ਸਕਦੇ ਹਾਂ। ਅਤੇ ਇਹ ਤਾਂ ਪਰਮਾਤਮਾ ਨੇ ਲਿਖਿਆ ਹੋਇਆ ਔਰ ਆਯੁਰਵੇਦ ਸਾਨੂੰ ਇਹੀ ਸਿਖਾਉਂਦਾ ਹੈ। ਸੁਰਿੰਦਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਕੰਬੀਨੇਸ਼ਨ ਹੋ ਐਲੋਪੈਥੀ ਦਾ ਵੀ, ਆਯੁਰਵੇਦ ਦਾ ਵੀ ਔਰ ਐਕਸਪੀਰੀਅੰਸ ਦਾ ਵੀ, 1979 ਸਾਲ 'ਚ ਜਿਹੜੀ GMS ਹੈਗੀ ਆ ਉਹ MBBS ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ, ਔਰ ਉਸ ਸਮੇਂ ਤੋਂ ਲਾਇਆ ਹੋਇਆ ਅੱਜ ਤਕਰੀਬਨ ਜਿਹੜਾ ਹੈਗਾ ਆਪਾਂ ਗੱਲ ਕਰ ਲਈਏ ਤਾਂ 43 ਸਾਲ ਪੁਰਾਣਾ ਬੂਟਾ, ਜਿਹਦੇ ਵਿੱਚ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਮਿਲੇ, ਔਰ ਜਿਹੜਾ ਤੁਸੀਂ ਇੱਕ ਸਲੋਗਨ ਆਪਣੇ ਮਨ 'ਚ ਸੋਚਿਆ ਸ਼ੂਗਰ ਫ੍ਰੀ ਕਰਨ ਦਾ, ਔਰ ਉਹਦੇ 'ਚ ਤੁਸੀਂ ਡਾਕਟਰਸ ਦੇ ਨਾਲ ਵੀ ਟੱਚ 'ਚ ਆਏ। ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਨਾਲ ਕਾਉਂਸਲਿੰਗ ਕਰਦੇ ਕਰਦੇ, ਗੱਲਾਂ ਬਾਤਾਂ ਕਰਦੇ ਕਰਦੇ ਤੁਹਾਡੇ 'ਚ ਹੁਣ ਉਹ ਪ੍ਰੋਪਰਟੀਆਂ ਆ ਗਈਆਂ ਸੀਗੀਆਂ ਕਿ ਜਿਹੜੇ ਤੁਹਾਨੂੰ ਮੈਡੀਸਨ ਦੀ ਵੀ ਨੌਲੇਜ ਔਰ ਉਹਦੀ ਜ਼ਿਆਦਾ ਹੋ ਗਈ ਸੀਗੀ, ਔਰ ਉਹਦੇ ਨਾਲ ਆਯੁਰਵੇਦ, ਉਹਨੂੰ ਦੋਨਾਂ ਨੂੰ ਤੁਸੀਂ ਇਕੱਠੀਆਂ ਕਰਕੇ ਇੱਕ ਨਵੀਂ ਜਿਹੜੀ ਹੈਗੀ ਆ ਸਾਇੰਸ ਆਪਣੇ ਆਪ ਦੇ ਵਿੱਚ ਜਿਹੜੀ ਬਣਾ ਕੇ ਉਹਦੇ ਨਾਲ ਸ਼ੂਗਰ ਦੇ ਪੇਸ਼ੈਂਟ ਸਹੀ ਕੀਤੇ? ਹਾਂ, ਬਿਲਕੁਲ। ਕਿਉਂਕਿ ਦੇਖੋ, ਜਿਹੜੀ ਇਹ ਡਾਇਬਟੀਜ਼ ਹੈਗੀ ਹੈ, ਡਾਇਬਟੀਜ਼ ਕੀ ਹੈ, ਆਪਣੇ ਜੋ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਹੈਗਾ ਉਹਦੀ ਡਿਸਟਰਬੈਂਸ ਹੀ ਹੈ ਜਿਹਨੂੰ ਆਪਾਂ ਡਾਇਬਟੀਜ਼ ਕਹਿੰਦੇ ਹਾਂ। ਅਗਰ ਇਹ ਗਲੂਕੋਜ਼ ਲੈਵਲ ਖਾਲੀ ਪੇਟ ਆਪਣਾ 100 mg ਡੈਸੀਲੀਟਰ ਤੋਂ ਘੱਟ ਹੈ ਤੇ ਅਸੀਂ ਕਹਿੰਦੇ ਬੰਦੇ ਨੂੰ ਸ਼ੂਗਰ ਨਹੀਂ ਹੈਗੀ। ਜੇ ਖਾਣਾ ਖਾਣ ਤੋਂ ਬਾਅਦ 140 ਮਿਲੀਗ੍ਰਾਮ ਡੈਸੀਲੀਟਰ ਤੋਂ ਘੱਟ ਹੈ ਤੇ ਅਸੀਂ ਕਹਿੰਦੇ ਉਹਨੂੰ ਸ਼ੂਗਰ ਨਹੀਂ ਹੈਗੀ।
ਤੇ ਜੇ ਇਹੀ ਲੈਵਲ ਜਿਹੜਾ ਹੈਗਾ ਉਹ 140 ਤੋਂ ਉੱਪਰ ਚਲੇ ਜਾਵੇ ਅਸੀਂ ਉਹਨੂੰ ਕਹਿੰਦੇ ਹਾਂ ਪ੍ਰੀ ਡਾਇਬੀਟਿਕ ਹੈਗਾ। ਜੇ 200 ਤੋਂ ਉੱਪਰ ਚਲੇ ਜਾਵੇ ਅਸੀਂ ਉਹਨੂੰ ਕਹਿੰਦੇ ਹਾਂ ਇਹਨੂੰ ਡਾਇਬੀਟੀਜ਼ ਹੋ ਗਈ ਹੈ। ਤਾਂ ਇਸ ਕਰਕੇ ਇਹ ਗਲੂਕੋਜ਼ ਦਾ ਸਾਡੀ ਜੋ ਬੋਡੀ ਦੀ ਮੈਟਾਬੋਲਿਜ਼ਮ ਹੈ, ਬੋਡੀ ਦੇ ਵਿੱਚ ਜੋ ਵੀ ਜਿੰਨੀ ਵੀ ਕਾਰਜਸ਼ੈਲੀ ਜਿੰਨੀ ਵੀ ਮਸ਼ੀਨਰੀ ਚੱਲ ਰਹੀ ਹੈ ਉਹ ਤਾਂ ਗਲੂਕੋਜ਼ ਨਾਲ ਹੀ ਚੱਲਣੀ ਹੈ, ਕਿਉਂਕਿ ਗਲੂਕੋਜ਼ ਹੀ ਹੈ ਨਿਊਟ੍ਰੀਸ਼ਨ ਦੇ ਵਿੱਚ ਜਿਹਨੇ ਐਂਡ ਦੇ ਉੱਤੇ ਜਾ ਕੇ ਸਾਨੂੰ એનર્ਜੀ ਦੇਣੀ ਹੈਗੀ ਹੈ। ਸਿਰਫ ਦਿੱਕਤ ਕੀ ਹੈਗੀ ਹੈ ਕਿ ਗਲੂਕੋਜ਼ ਨੂੰ એનર્ਜੀ ਦੇ ਵਿੱਚ ਕਨਵਰਟ ਕਰਨ ਵਾਸਤੇ ਇੱਕ ਬੋਡੀ ਦੇ ਵਿੱਚ ਹਾਰਮੋਨ ਹੈ ਜਿਹਨੂੰ ਅਸੀਂ ਇਨਸੂਲਿਨ ਕਹਿੰਦੇ ਹਾਂ, ਔਰ ਉਹ ਇਨਸੂਲਿਨ ਹਾਰਮੋਨ ਹੀ ਹੈ ਜਿਹੜਾ ਸਾਡੇ ਖੂਨ ਦੇ ਵਿੱਚ ਪਈ ਗਲੂਕੋਜ਼ ਨੂੰ એનર્ਜੀ ਦੇ ਵਿੱਚ ਕਨਵਰਟ ਕਰਦਾ, ਔਰ ਉਹ એનર્ਜੀ ਨੂੰ ਸੈੱਲਾਂ ਨੇ ਯੂਟਿਲਾਈਜ਼ ਕਰਨਾ ਹੈਗਾ ਕਾਹਦੇ ਵਾਸਤੇ? ਆਪਣੇ ਰਿਪੇਅਰ ਵਾਸਤੇ, ਨਵੇਂ ਸੈੱਲ ਬਣਾਉਣ ਵਾਸਤੇ। ਯਾਨੀ ਕਿ ਸਰੀਰ ਦਾ ਜਿਹੜਾ ਵੀ ਕਰੰਟ ਆਉਣਾ ਹੈਗਾ ਉਹ ਗਲੂਕੋਜ਼ ਤੋਂ ਹੀ ਆਉਣਾ, ਲੇਕਿਨ ਉਹ ਤਦ ਹੀ ਆਏਗਾ ਜੇ ਸਾਡੀ ਇਨਸੂਲਿਨ ਜਿਹੜੀ ਹੈ ਉਹ ਕੰਮ ਕਰਦੀ ਹੈ। ਪਰ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਹੋਇਆ ਕਿ ਜਦੋਂ ਦਾ ਸਾਡਾ ਕੰਟਰੀ ਫੂਡ ਸਰਪਲਸ ਹੋਇਆ ਹੈ ਉਦੋਂ ਦਾ ਸਾਡੇ ਕੋਲ ਖਾਣ ਪਾਣ ਜਿਹੜਾ ਹੈਗਾ ਉਹ ਜ਼ਿਆਦਾ ਹੈਗਾ, ਔਰ ਖਾਣਾ ਪੀਣਾ ਵੀ ਪਹਿਲੇ ਅਸੀਂ ਰੋਟੀ ਖਾਣ ਆਪਣੇ ਘਰ ਜਾਂਦੇ ਸੀਗੇ, ਚੱਲ ਕੇ ਜਾਂਦੇ ਸੀ ਰੋਟੀ ਦੇ ਕੋਲ, ਤੇ ਹੁਣ ਉਹ ਰੋਟੀ ਸਾਡੇ ਟੇਬਲ ਤੇ ਆ ਗਈ ਹੈ। ਇਸ ਕਰਕੇ ਉਹ ਸਾਡੀ ਜਿਹੜੀ ਮਿਹਨਤ ਸੀਗੀ ਰੋਟੀ ਵਾਸਤੇ ਅਸੀਂ ਮਿਹਨਤ ਕਰਦੇ ਸੀਗੇ, ਰੋਟੀ ਖਾਣ ਵਾਸਤੇ, ਰੋਟੀ ਕਮਾਉਣ ਵਾਸਤੇ ਨਹੀਂ, ਰੋਟੀ ਖਾਣ ਵਾਸਤੇ ਵੀ ਅਸੀਂ ਇੱਕ ਤਰ੍ਹਾਂ ਦੀ ਮਿਹਨਤ ਕਰਦੇ ਸੀਗੇ, ਅਸੀਂ ਉਹ ਛੱਡ ਦਿੱਤੀ ਹੈਗੀ ਹੈ। ਖਾਣਾ ਸਾਡੇ ਟੇਬਲ ਤੇ ਆ ਗਿਆ ਤੇ ਉਹਦੇ ਨਾਲ ਕੀ ਹੋਇਆ, ਸਾਡੇ ਸਟੇਟ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਅਸੀਂ ਸਾਈਕਲ ਛੱਡ ਕੇ ਕਾਰਾਂ ਮੋਟਰਸਾਈਕਲ ਸਕੂਟਰ ਸਾਡੇ ਕੋਲ ਹੋ ਗਏ, ਕਿਉਂਕਿ ਸਾਡਾ ਕੰਟਰੀ ਪਿਛਲੇ 70 ਸਾਲ ਤੋਂ ਉਹਨੇ ਇੰਨੀ ਤਰੱਕੀ ਕੀਤੀ ਹੈ ਕਿ ਸਾਡੇ ਲੋਕਾਂ ਦੇ ਕੋਲ ਬਹੁਤ ਪ੍ਰਫੁੱਲਤਾ ਹੋ ਗਈ ਹੈ। ਔਰ ਉਹਦਾ ਜਿਹੜਾ ਨਤੀਜਾ ਹੋਇਆ ਉਹ ਇਹੀ ਹੈ ਕਿ ਸਾਈਕਲ ਨਾ ਚਲਾਉਣ ਕਰਕੇ ਜਾਂ ਪੈਦਲ ਨਾ ਚੱਲਣ ਕਰਕੇ ਜਿਹੜੀ ਸਾਡੇ ਅੰਦਰ ਇਨਸੂਲਿਨ ਹੈਗੀ ਹੈ ਉਹ ਕੰਮ ਕਰਨਾ ਭੁੱਲ ਗਈ ਹੈ। ਉਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਕਹਿੰਦੇ, ਕਿਉਂਕਿ ਜਿਹੜੀ ਇਨਸੂਲਿਨ ਦੀ ਮੈਟਾਬੋਲਿਜ਼ਮ ਹੈ, ਇਨਸੂਲਿਨ ਦੇ ਕੰਮ ਕਰਨ ਦੀ ਸ਼ਕਤੀ ਹੈ, ਉਹ ਸਾਡੇ ਜਿਹੜੇ ਲੌਂਗ ਮਸਲ ਹੈ, ਚਾਹੇ ਉਹ ਲੱਤਾਂ ਦੇ ਚਾਹੇ ਉਹ ਬਾਹਾਂ ਦੇ, ਉਹ ਇਨਸੂਲਿਨ ਲੱਤਾਂ ਔਰ ਬਾਹਾਂ ਦੇ ਮਸਲ ਜਦੋਂ ਕੰਮ ਕਰਦੇ ਆ ਤਾਂ ਹੀ ਉਹ ਇਨਸੂਲਿਨ ਜਿਹੜੀ ਹੈ ਉਹ ਸੈੱਲਾਂ ਦੇ ਵਿੱਚ ਪਹੁੰਚਦੀ ਹੈ। ਯਾਨੀ ਇਨਸੂਲਿਨ ਨੂੰ ਕੰਮ ਕਰਨ ਵਾਸਤੇ ਸਾਡੀਆਂ ਲੱਤਾਂ ਤੇ ਬਾਹਾਂ ਨੂੰ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤਾਂ ਜਦੋਂ ਹੁਣ ਅਸੀਂ ਲੋਕਾਂ ਨੇ ਕੰਮ ਕਰਨਾ, ਸਾਡੀਆਂ ਲੱਤਾਂ ਬਾਹਾਂ ਤੋਂ ਕੰਮ ਲੈਣਾ ਬੰਦ ਕਰ ਦਿੱਤਾ ਹੈ, ਤਾਂ ਸਾਡੀ ਇਨਸੂਲਿਨ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਤਾਂ ਅਸੀਂ ਆਪਣੇ ਪੇਸ਼ੈਂਟਾਂ ਨੂੰ ਇਹੀ ਸਿਖਾਉਂਦੇ ਹਾਂ ਕਿ ਤੁਸੀਂ ਜਦੋਂ ਹੀ ਤੁਸੀਂ ਚੱਲਣਾ ਸ਼ੁਰੂ ਕਰੋਗੇ ਤੁਹਾਡੀ ਜਿਹੜੀ ਗੱਡੀ ਹੈ ਉਹ ਦੌੜਨਾ ਸ਼ੁਰੂ ਕਰ ਦੇਗੀ। ਔਰ ਸਾਡਾ ਜਿਹੜਾ ਸਲੋਗਨ ਹੈ ਜਿਹੜਾ ਅਸੀਂ 2003 ਦੇ ਵਿੱਚ ਬਣਾਇਆ ਸੀਗਾ ਉਹ ਹੈਗਾ ਪੌਸ਼ਟਿਕ ਆਹਾਰ, ਪੋਜ਼ਿਟਿਵ ਵਿਚਾਰ, ਨਿਯਮਿਤ व्यायाम, ਸ਼ੂਗਰ का काम तमाम। ਇਹ ਸਾਡਾ 2003 ਦਾ ਜੋ ਸਲੋਗਨ ਹੈ ਇਹ ਸਾਡਾ ਉਦੋਂ ਬਿਲਕੁਲ ਕੰਪਲੀਟ ਸਲੋਗਨ ਹੈ ਕਿ ਸਾਡੀ ਬਾਡੀ ਨੂੰ ਨਿਊਟ੍ਰੀਸ਼ਨ ਵੀ ਚਾਹੀਦੀ ਹੈ, व्यायाम ਵੀ ਚਾਹੀਦਾ ਹੈ, ਔਰ ਸਾਨੂੰ ਪੋਜ਼ਿਟਿਵ ਇੱਕ ਮਾਈਂਡਸੈਟ ਵੀ ਚਾਹੀਦਾ ਹੈ। ਯਾਨੀ ਅਸੀਂ ਆਪਣੀ ਮਤਲਬ ਜਿਹਨੂੰ ਕਹਿੰਦੇ ਆ ਵੀ ਸਾਡੇ 'ਚ ਹੀਨ ਭਾਵਨਾ ਨਾ ਆਵੇ। ਅਗਰ ਡਾਇਬੀਟੀਜ਼ ਹੋ ਗਈ, ਅਗਰ ਕੋਈ ਵੀ ਬਿਮਾਰੀ, ਕੋਈ ਵੀ ਚੈਲੰਜ ਆ ਗਿਆ, ਕਿਉਂਕਿ ਉਮਰ ਦੇ ਮੁਤਾਬਕ ਸਾਨੂੰ ਬਿਮਾਰੀਆਂ ਨੇ ਆਉਣਾ ਹੀ ਆਉਣਾ ਹੈਗਾ, ਅਸੀਂ ਆਪਣੇ ਆਪ ਨੂੰ ਉਹਦੇ ਮੁਤਾਬਕ ਟ੍ਰੇਨ ਕਰਨਾ। ਔਰ ਹੁਣ ਅਸੀਂ ਅੱਜ ਕੱਲ੍ਹ ਇੱਕ ਸਿੰਪਲ ਸਲੋਗਨ ਹੈ, ਆਓ ਸ਼ੂਗਰ ਨੂੰ ਹਰਾਈਏ, ਪੈਦਲ ਆਈਏ ਜਾਈਏ। ਬਸ ਇੰਨੀ ਗੱਲ ਹੈਗੀ ਆ ਕਿ ਅਸੀਂ ਜੋ ਸਾਡੀ 43 ਸਾਲ ਦੀ ਸਟੱਡੀ ਹੈਗੀ ਹੈ, 2003 ਤੋਂ ਲੈ ਕੇ ਡਾਇਬੀਟੀਜ਼ ਫ੍ਰੀ ਵਰਲਡ ਦਾ 19 ਸਾਲ ਦਾ ਜਿਹੜਾ ਸਾਡਾ ਇਹ ਹੰਭਲਾ ਹੈਗਾ, ਇਹਦੇ ਵਿੱਚ ਅਸੀਂ ਇਹੀ ਸੋਚਿਆ ਹੈਗਾ ਕਿ ਅਸੀਂ ਅਗਰ ਆਪਣਾ ਜੋ ਚੱਲਣਾ ਭੁੱਲ ਗਏ ਹਾਂ, ਅਗਰ ਅਸੀਂ ਉਹ ਵੀ ਕਰ ਲਈਏ ਤਾਂ ਡਾਇਬੀਟੀਜ਼ ਸਾਡੇ ਵਾਸਤੇ ਕੋਈ ਕੰਸਰਨ ਨਹੀਂ ਹੈ। ਡਾਕਟਰ ਸਾਹਿਬ, you are a doctor, you are a counselor also, you are a dietitian also, ਕੀ ਕਹਿਣਾ ਚਾਹੋਗੇ ਕਿ ਤੁਸੀਂ ਇਹ ਤਿੰਨਾਂ ਦਾ ਸੁਮੇਲ, ਇੱਕ ਕਾਉਂਸਲਰ ਦਾ, ਇੱਕ ਡਾਈਟੀਸ਼ੀਅਨ ਦਾ ਔਰ ਇੱਕ ਡਾਕਟਰ ਦਾ, ਇਹ ਤਿੰਨਾਂ ਦਾ ਸੁਮੇਲ ਬਣਾ ਕੇ ਤਕਰੀਬਨ ਹਰ ਇੱਕ ਬਿਮਾਰੀ ਨੂੰ ਪਕੜਦੇ ਹੋ ਔਰ ਬਿਮਾਰੀ ਨੂੰ ਮਤਲਬ ਲੜਦੇ ਹੋ, ਬਿਮਾਰੀ ਦਾ ਘੋਲ ਕਰਕੇ ਔਰ ਬਿਮਾਰੀ ਨੂੰ ਅਖੀਰ 'ਤੇ ਹਰਾ ਕੇ ਪੇਸ਼ੈਂਟ ਨੂੰ ਜਿਤਾਉਂਦੇ ਹੋ। ਹਾਂ, ਇਸ ਤਰ੍ਹਾਂ ਹੈ। ਸਾਡੇ ਆਯੁਰਵੇਦ ਦੇ ਵਿੱਚ ਜੇ ਸੋਚਿਆ ਜਾਵੇ ਤਾਂ ਦਵਾਈਆਂ ਦਾ ਜਿਹੜਾ ਪ੍ਰਾਵਧਾਨ ਹੈ, ਦਵਾਈਆਂ ਤਾਂ ਇਨ ਐਂਡ ਹੈ। ਦਵਾਈਆਂ ਦਾ ਆਯੁਰਵੇਦ ਦੇ ਵਿੱਚ ਦਵਾਈ ਦਾ ਕੋਈ ਪ੍ਰਾਵਧਾਨ ਨਹੀਂ। ਮੈਂ ਇੱਕ ਵਰਡ ਵੀ ਡਰਾਫਟ ਕੀਤਾ ਹੈਗਾ, ਸੁਗਮ ਆਯੁਰਵੇਦ, ਕਿਉਂਕਿ ਮੈਂ ਆਯੁਰਵੇਦ ਦੀ ਜਦੋਂ ਗੱਲ ਕਰਦਾ ਹੈਗਾ, ਮੈਂ ਉਹ ਭਸਮਾਂ ਵਾਲਾ, ਜੜੀਆਂ ਬੂਟਾਂ ਵਾਲਾ, ਡਿਫੀਕਲਟ, ਔਖਾ, ਮਹਿੰਗਾ ਜਾਂ ਆਮ ਬੰਦੇ ਦੀ ਪਹੁੰਚ ਤੋਂ ਪਰੇ ਵਾਲੇ ਆਯੁਰਵੇਦ ਦੀ ਮੈਂ ਗੱਲ ਹੀ ਨਹੀਂ ਕਰਦਾ। ਮੈਂ ਉਸ ਆਯੁਰਵੇਦ ਦੀ ਗੱਲ ਕਰਦਾ ਜਿਹਦੇ ਵਿੱਚ
ਰੋਗੀ ਦਾ ਕੀ ਬਿਹੇਵੀਅਰ ਹੋਣਾ ਚਾਹੀਦਾ ਹੈ ਤੇ ਵੈਦਿਆ ਜਾਂ ਚਿਕਿਤਸਕ ਦਾ ਕੀ ਮਾਈਂਡਸੈਟ ਹੋਣਾ ਚਾਹੀਦਾ ਹੈ। ਮੈਂ ਕਦੇ ਵੀ ਜਿਹੜੀ ਸਾਡੀ ਫੈਮਿਲੀ ਫਿਜ਼ੀਸ਼ੀਅਨ ਜਿਹੜਾ ਸਾਡਾ ਪ੍ਰੋਫੈਸ਼ਨ ਹੈ, ਮੈਂ ਇਹਨੂੰ ਐਜ਼ ਏ ਬਿਜ਼ਨਸ ਨਹੀਂ ਲਿਆ ਹੈਗਾ, ਕਿਉਂਕਿ ਡਾਇਬਟੀਜ਼ ਹੀ ਨਹੀਂ, ਕਿਸੇ ਵੀ ਬਿਮਾਰੀ ਦੇ ਵਿੱਚ ਆਪਾਂ ਬਿਜ਼ਨਸ ਨਹੀਂ ਕਹਿ ਸਕਦੇ, ਕਿਉਂਕਿ ਬਿਮਾਰੀਆਂ ਇੱਕ ਹਿਊਮਨ ਦੇ ਨਾਲ ਜੁੜੀਆਂ ਹੋਈਆਂ ਇੱਕ ਰਿਐਲਿਟੀ ਹੈਗੀ ਹੈ। ਡਿਸਈਜ਼ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਪਰੇਸ਼ਾਨ ਹੁੰਦੇ ਹਾਂ, ਉਹੀ ਬਿਮਾਰੀ ਹੈਗੀ ਹੈ, ਔਰ ਉਹ ਬਿਮਾਰੀ ਇਕੱਲੀ ਮਰੀਜ਼ਾਂ ਨੂੰ ਨਹੀਂ ਲੱਗਣੀ, ਉਹ ਬਿਮਾਰੀ ਡਾਕਟਰਾਂ ਨੂੰ ਵੀ ਲੱਗਣੀ ਹੈ। ਤੋ ਇਸ ਕਰਕੇ ਡਾਕਟਰ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹਦੇ ਕੋਲ ਐਡੀ ਲਿਬਰਟੀ ਹੋਵੇ ਕਿ ਉਹ ਇਸ ਪੇਸ਼ੈਂਟ ਦੇ ਤੌਰ ਤੇ ਵੀ ਉਹ ਸੋਚਣਾ ਬੰਦ ਕਰ ਦੇਵੇ। ਸੋ ਜੇ ਅਸੀਂ ਇੱਕ ਸਫਲ ਚਿਕਿਤਸਕ ਬਣਨਾ ਹੈਗਾ ਤਾਂ ਉਹਦੇ ਵਾਸਤੇ ਸਾਨੂੰ ਪੇਸ਼ੈਂਟ ਦੇ ਐਂਗਲ ਤੋਂ ਸੋਚਣਾ ਪਏਗਾ, ਡਾਕਟਰ ਦੇ ਐਂਗਲ ਤੋਂ ਸੋਚ ਕੇ ਅਸੀਂ ਕੋਈ ਵੀ ਬਿਮਾਰੀ ਠੀਕ ਨਹੀਂ ਕਰ ਸਕਦੇ। ਸਰ, ਜਿਸ ਤਰੀਕੇ ਦੇ ਨਾਲ ਤੁਸੀਂ ਕੈਂਸਰ 'ਤੇ ਵੀ ਕੰਮ ਕਰ ਰਹੇ ਹੋ ਔਰ ਕੈਂਸਰ ਦੇ ਵਿੱਚ ਵੀ ਤੁਹਾਡਾ ਲੋਕਾਂ ਨੂੰ ਗਾਈਡ ਕਰਨਾ, ਉਹਨਾਂ ਨੂੰ ਕਾਉਂਸਲਿੰਗ ਕਰਨਾ, ਉਹਨਾਂ ਨੂੰ ਇੱਕ ਨਵੀਂ ਸਲਾਹ ਦੇਣਾ, ਉਹਨਾਂ ਦਾ ਮਨ 'ਤੇ ਜਿਹੜਾ ਉਦਾਸੀ ਹੁੰਦੀ ਆ ਉਹਨੂੰ ਉਹਨਾਂ ਨਾਲ ਬੈਠ ਕੇ ਜਾਂ ਉਹਨਾਂ ਨੂੰ ਫੋਨ ਦੇ ਉੱਪਰ ਇੱਕ ਈਜ਼ ਜ਼ੋਨ 'ਚ ਲੈ ਕੇ ਜਾਣਾ, ਉਹਦੇ ਬਾਰੇ ਸਾਨੂੰ ਦੱਸੋ। ਹਾਂ, ਇਸ ਤਰ੍ਹਾਂ ਹੈਗਾ ਕਿ ਆਈ ਕੈਨ ਗਾਈਡ ਇੱਕ ਸਾਡਾ ਪ੍ਰਯਾਸ ਹੈਗਾ, ਜਿਹਦੇ ਵਿੱਚ ਅਸੀਂ ਜੋ ਕੈਂਸਰ ਦੇ ਪੇਸ਼ੈਂਟ ਹੈਗੇ ਆ, ਉਹ ਸਾਨੂੰ WhatsApp ਕਰਦੇ ਆ ਆਪਣੀਆਂ ਰਿਪੋਰਟਸ, ਅਤੇ ਉਹ ਰਿਪੋਰਟਸ ਨੂੰ ਅੱਗੇ ਅਸੀਂ ਜਿਹੜੇ ਵੀ ਕੰਸਲਟੈਂਟਸ ਹੈਗੇ ਆ ਕੈਂਸਰ ਦੇ ਮਾਹਰ, ਉਹਨਾਂ ਨਾਲ ਡਿਸਕਸ ਕਰਕੇ ਉਹਨਾਂ ਦੇ ਕੇਸ ਦੇ ਵਿੱਚ ਉਦੋਂ ਨੈਕਸਟ ਸਟੈਪ ਕੀ ਹੋਣ ਵਾਲਾ ਹੈਗਾ। ਕਿਉਂਕਿ ਕੈਂਸਰ ਦੇ ਵਿੱਚ ਕੀ ਹੁੰਦਾ ਹੈਗਾ, ਕੈਂਸਰ ਦੇ ਵਿੱਚ ਜਿਹੜੀ ਸਟੇਜ ਦੇ ਜਿਹੜੀ ਵੀ ਲੈਵਲ ਦੇ ਉੱਤੇ ਅੱਜ ਆਪਾਂ ਹੈਗੇ ਆ, ਆਪਾਂ ਉਹਦੇ ਵਿੱਚ ਕੀ ਕਰ ਸਕਦੇ ਹਾਂ। ਹਰੇਕ ਪੇਸ਼ੈਂਟ ਦੇ ਵਿੱਚ ਅਲੱਗ-ਅਲੱਗ ਇੱਕ ਲੈਵਲ ਹੁੰਦਾ ਜਦੋਂ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈਗਾ, ਤਾਂ ਉਹ ਜਦੋਂ ਸਾਡੇ ਕੋਲ ਆਉਂਦਾ ਹੈਗਾ ਅਸੀਂ ਉਦੋਂ ਇਹੀ ਦੇਖਣਾ ਹੁੰਦਾ ਕਿ ਇਹਦੇ ਵਿੱਚ ਨੈਕਸਟ ਕੀ ਹੋਣਾ ਚਾਹੀਦਾ। ਕਿੱਦਾਂ ਅਗਰ ਕੋਈ ਪੇਸ਼ੈਂਟ ਕੋਈ ਬੇਗੂਸਰਾਏ ਬੈਠਾ ਹੈ, ਕੋਈ ਨੇਪਾਲ ਬਾਰਡਰ 'ਤੇ ਹੈ, ਕੋਈ ਉੱਤਰਾਖੰਡ ਹੈ, ਕੋਈ ਬਿਹਾਰ ਦੇ ਵਿੱਚ ਹੈ, ਕੋਈ ਯੂਪੀ ਦੇ ਵਿੱਚ ਹੈ, ਕੋਈ ਮੇਰੇ ਕੋਲ ਤੇ ਮਹਾਰਾਸ਼ਟਰ ਤੋਂ, ਗੁਜਰਾਤ ਤੋਂ, ਬੜੀ ਦੂਰ ਦੂਰ ਤੋਂ ਫੋਨ ਆਉਂਦੇ ਨੇ, ਔਰ ਉਹ ਪਿੰਡਾਂ ਦੇ ਵਿੱਚ ਵੀ ਹੁੰਦੇ ਨੇ। ਸੋ ਉਹਨਾਂ ਨੂੰ ਇਨਵੈਸਟੀਗੇਸ਼ਨ ਵਾਸਤੇ ਆਪਣੇ ਨੇੜੇ ਕਿੱਥੇ ਜਾਣਾ ਚਾਹੀਦਾ ਹੈ, ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਕਿਸੇ ਜਗ੍ਹਾ CT ਸਕੈਨ ਦੀ ਫੈਸਿਲਿਟੀ ਹੈ, ਕਿਸੇ ਜਗ੍ਹਾ MRI ਦੀ ਹੈ, ਪਰ ਕੈਂਸਰ ਦੇ ਵਿੱਚ ਇਸ ਤਰ੍ਹਾਂ ਆਪਾਂ ਜੰਪ ਨਹੀਂ ਕਰ ਸਕਦੇ। ਜੇ CT ਸਕੈਨ ਹੋਣ ਵਾਲਾ ਹੈ ਤਾਂ ਉਹਦਾ CT ਸਕੈਨ ਹੀ ਹੋਏਗਾ, ਜੇ MRI ਹੋਣ ਵਾਲਾ ਤਾਂ ਉਹਦਾ MRI ਹੀ ਹੋਗਾ। ਇਸ ਕਰਕੇ ਉਹ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈਗੀ ਹੈ ਕਿ ਇਹ ਨਾ ਹੋਏ ਕਿ ਉਹ ਨੇੜੇ ਹੋਣ ਕਰਕੇ ਉਹ ਕੋਈ ਐਸੀ ਇਨਵੈਸਟੀਗੇਸ਼ਨ ਕਰਾ ਲੈਣ ਜਿਹੜੀ ਉਹਨਾਂ ਨੂੰ ਹੈਲਪਫੁਲ ਨਾ ਹੋਵੇ, ਉਹਨਾਂ ਦਾ ਪੈਸਾ ਵੀ ਬਰਬਾਦ ਹੋਵੇ। ਤੋ ਇਸ ਕਰਕੇ ਉਹਨਾਂ ਨੂੰ ਉਹ ਨੇੜਿਓਂ ਹੀ ਆਪਣੇ ਆਪਾਂ ਸਾਰਾ ਕੁਝ ਦੱਸਦੇ ਹਾਂ ਕਿ ਤੁਸੀਂ ਆਪਣੇ ਨੇੜੇ ਹੀ ਉਹਦਾ ਇਲਾਜ ਕਰਵਾਉਣਾ। ਅਸੀਂ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮਾਲੀ ਸਹਾਇਤਾ ਨਹੀਂ ਦਿੰਦੇ, ਅਸੀਂ ਸਿਰਫ ਔਰ ਸਿਰਫ ਉਹਨਾਂ ਨੂੰ ਆਪਣੇ ਨੇੜੇ ਜੋ ਵੀ ਉਹਨਾਂ ਦੇ ਪਾਸ ਕੋਈ ਨਜ਼ਦੀਕ ਓਨਕੋਲੋਜਿਸਟ ਹੋਵੇ ਜਾਂ ਅਗਰ ਮੂੰਹ ਦਾ ਕੈਂਸਰ ਹੈ ਕੋਈ ENT ਸਰਜਨ ਹੋਵੇ, ਉਹਦੇ ਕੋਲੋਂ ਟਾਈਮਲੀ ਹੈਲਪ ਲੈ ਕੇ ਉਹ ਕਿੱਦਾਂ ਆਪਣੀ ਜੋ ਲਾਈਫ ਹੈ ਉਹਨੂੰ ਪ੍ਰੋਲੋਂਗ ਕਰ ਸਕਦੇ ਆ, ਅਤੇ ਉਹੀ ਅਸੀਂ ਆਈ ਕੈਨ ਗਾਈਡ ਦੇ ਥਰੂ ਲੋਕਾਂ ਨੂੰ ਸਮਝਾ ਰਹੇ ਹਾਂ। ਦਰਸ਼ਕੋ, ਆਈ ਕੈਨ ਗਾਈਡ ਇਹ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਆਈ ਕੈਨ ਗਾਈਡ ਉਹਦੇ 'ਚ ਵੀ ਡਾਕਟਰ ਸਾਹਿਬ ਦੇ ਵੀਡੀਓਜ਼ ਪਏ ਹੋਏ ਨੇ, ਔਰ ਆਪਾਂ ਨੂੰ ਅੱਜ ਡਾਕਟਰ ਸਾਹਿਬ ਨੇ ਆਪਣਾ 40 ਸਾਲ ਦਾ ਐਕਸਪੀਰੀਅੰਸ ਸ਼ੇਅਰ ਕਰਨ ਦਾ ਮੌਕਾ ਦਿੱਤਾ। ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ। ਔਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੀ ਕਿਹੜੀ ਬਿਮਾਰੀ ਜਿਹੜੀ ਹੈਗੀ ਆ ਤੁਸੀਂ ਇੱਥੇ ਲੋਕਾਂ ਦੀ ਠੀਕ ਕਰਦੇ ਹੋ। ਹਾਂ, ਇਸ ਤਰ੍ਹਾਂ ਕਿਉਂਕਿ ਮੈਂ ਜਦੋਂ 79 ਦੇ ਵਿੱਚ ਐਜ਼ ਏ ਮੈਂ ਫੈਮਿਲੀ ਫਿਜ਼ੀਸ਼ੀਅਨ ਹੀ ਲੁਧਿਆਣੇ ਕੰਮ ਕਰ ਰਹੇ ਹਾਂ, ਔਰ ਇਸ ਕਰਕੇ ਸਾਰੀਆਂ ਬਿਮਾਰੀਆਂ, ਲੇਕਿਨ ਜਦੋਂ ਦਾ ਅਸੀਂ ਫਿਰ ਡਾਇਬਟੀਜ਼ ਫ੍ਰੀ ਵਰਲਡ ਦੇ ਉੱਤੇ ਕੰਮ ਸ਼ੁਰੂ ਕੀਤਾ ਤਾਂ ਐਂਡੋਕ੍ਰਾਈਨੋਲੋਜੀ ਦੇ ਵਿੱਚ ਚਾਹੇ ਥਾਇਰਾਇਡ ਬਿਮਾਰੀ ਹੋਏ, ਕਿਉਂਕਿ ਥਾਇਰਾਇਡ ਦੇ ਵਿੱਚ ਜਿੱਦਾਂ ਅਸੀਂ ਡਾਇਬਟੀਜ਼ ਦੇ ਵਿੱਚ ਕੀਤਾ ਕਿ ਅਸੀਂ ਡਾਇਬਟੀਜ਼ ਦੇ ਵਿੱਚ ਪਬਲਿਕ ਸਕਰੀਨਿੰਗ ਕੀਤੀ, ਜਿਹੜੇ ਲੋਕ ਐਟ ਰਿਸਕ ਸੀਗੇ ਉਹਨਾਂ ਨੂੰ ਅਸੀਂ ਸਟੇਬਲ ਕੀਤਾ, ਉਹਨਾਂ ਨੂੰ ਅਸੀਂ ਲਾਈਫਸਟਾਈਲ ਮੋਡੀਫਾਈ ਕਰਕੇ ਉਹਨਾਂ ਨੂੰ ਅਸੀਂ ਨਾਨ ਡਾਇਬਟਿਕ ਰੱਖਿਆ, ਔਰ ਜਦੋਂ ਜਿਹੜੇ ਵੀ ਡਾਇਬਟਿਕ ਆਏ ਉਹਨਾਂ ਨੂੰ ਅਸੀਂ ਜੋ ਜ਼ਰੂਰੀ ਮੈਡੀਸਨ ਸੀ ਉਹ ਦਿੱਤੀ, ਲੇਕਿਨ ਸਭ ਤੋਂ ਪਹਿਲੇ ਉਹਨਾਂ ਦਾ ਲਾਈਫਸਟਾਈਲ ਜਿਹੜਾ ਹੈਗਾ ਜਿੱਥੇ ਜਿੱਥੇ ਵੀ ਕੋਈ ਕਮੀ ਸੀ ਉਹਨੂੰ ਅਸੀਂ ਇੰਪਰੂਵ ਕੀਤਾ, ਔਰ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਨੇ ਉਹਦਾ ਬਰਡਨ ਮਿਨੀਮਮ ਹੋ ਗਿਆ, ਔਰ ਉਹਨਾਂ ਦੀਆਂ ਜਿਹੜੀਆਂ ਕੰਪਲਿਕੇਸ਼ਨਸ ਫਿਊਚਰ ਦੇ ਵਿੱਚ ਹੋਣ ਵਾਲੀਆਂ ਸੀਗੀਆਂ ਉਹ ਉਹਨਾਂ ਦੀਆਂ ਰੁਕ ਗਈਆਂ। ਔਰ ਡਾਇਬਟੀਜ਼ ਦੇ ਵਿੱਚ ਇਹੀ ਸਭ ਤੋਂ ਵੱਡੀ ਗੱਲ ਹੈਗੀ। ਇਸੀ ਤਰ੍ਹਾਂ ਥਾਇਰਾਇਡ ਦੇ ਵਿੱਚ ਵੀ ਅਸੀਂ ਇਹੀ ਕਰਦੇ ਹਾਂ। ਅਸੀਂ ਪ੍ਰੀ ਥਾਇਰਾਇਡ, ਪ੍ਰੀ ਹਾਈਪੋਥਾਇਰਾਇਡ, ਜਿਹਨੂੰ ਅਸੀਂ ਸਬ ਕਲੀਨਿਕਲ ਹਾਈਪੋਥਾਇਰਾਇਡਿਜ਼ਮ ਕਹਿੰਦੇ ਹਾਂ,
ਉਹਦੇ ਵਿੱਚ ਕੀ ਹੁੰਦਾ ਹੈਗਾ ਕਿ TSH ਦਾ ਇੱਕ ਲੈਵਲ ਹੈ, ਜਿਹੜੀਆਂ ਗਾਈਡਲਾਈਨਸ ਹੈ ਉਹ ਕਹਿੰਦੀਆਂ ਵੀ 10 ਦੇ ਲੈਵਲ ਤੋਂ ਉੱਪਰ ਹੋਣ 'ਤੇ ਹੀ ਅਸੀਂ ਦਵਾਈਆਂ ਸ਼ੁਰੂ ਕਰਨੀਆਂ। ਪਰ ਦਵਾਈਆਂ ਤੇ ਇੱਕ ਅਲੱਗ ਗੱਲ ਹੋ ਗਈ, ਲੇਕਿਨ ਅਸੀਂ ਇਹ ਸੋਚਦੇ ਹਾਂ ਕਿ ਸੁਸਾਇਟੀ ਦੇ ਵਿੱਚ ਅਗਰ ਇੱਕ ਪੇਸ਼ੈਂਟ ਕੋਲ ਇੱਕ ਰਿਪੋਰਟ ਹੈ ਜਿਹੜੀ ਨਾਰਮਲ ਨਹੀਂ ਹੈਗੀ, ਤਾਂ ਅਸੀਂ ਫੈਮਿਲੀ ਫਿਜ਼ੀਸ਼ੀਅਨ ਜਾਂ ਡਾਕਟਰ ਹੋਣ ਦੇ ਨਾਤੇ ਅਸੀਂ ਇਹ ਇੰਤਜ਼ਾਰ ਨਹੀਂ ਕਰ ਸਕਦੇ ਕਿ ਉਹਨੂੰ ਬਿਮਾਰੀ ਵੱਡੀ ਹੋ ਜਾਏ ਫਿਰ ਅਸੀਂ ਉਹਦਾ ਇਲਾਜ ਸ਼ੁਰੂ ਕਰਾਂਗੇ। ਤਾਂ ਅਸੀਂ ਉਹਨੂੰ ਐਜ਼ ਏ ਹੈਲਥ ਵਰਕਰ ਅਸੀਂ ਉਹਦੇ ਵਿੱਚ ਅਸੀਂ ਪ੍ਰੋਐਕਟਿਵ ਹੋ ਕੇ ਅਸੀਂ ਉਹਦੇ ਵਿੱਚ ਕੀ ਕਰਦੇ ਹੈਗੇ ਆ ਕਿ ਇੱਕ ਰਿਪੋਰਟ ਪੇਸ਼ੈਂਟ ਲੈ ਕੇ ਆਇਆ, ਇੱਕ ਰਿਪੋਰਟ ਅਸੀਂ 3 ਹਫ਼ਤੇ ਜਾਂ 6 ਹਫ਼ਤੇ ਬਾਅਦ ਉਹਦੀ ਦੁਬਾਰਾ ਕਰਾਉਂਦੇ ਹਾਂ ਕਿ ਅਗਰ ਉਹੀ ਰਿਪੋਰਟ ਉਹਦੀ ਹੈਗੀ ਹੈ ਫਿਰ ਅਸੀਂ ਉਹਦੇ ਵਿੱਚ ਬਹੁਤ ਘੱਟ ਡੋਜ਼ ਦੇ ਨਾਲ ਇੰਟਰਵੈਂਸ਼ਨ ਕਰਦੇ ਹਾਂ। ਜਿਹੜੀ ਥਾਇਰੋਕਸਿਨ ਦੀ ਡੋਜ਼ ਬਿਮਾਰੀ ਹੋਏ ਤੇ ਅਸੀਂ 75 ਮਾਈਕਰੋਗ੍ਰਾਮ ਜਾਂ 100 ਮਾਈਕਰੋਗ੍ਰਾਮ ਤੋਂ ਸ਼ੁਰੂ ਕਰਦੇ ਹਾਂ, ਪਰ ਅਸੀਂ ਇਹ ਪੇਸ਼ੈਂਟਸ ਨੂੰ 12.5 ਮਾਈਕਰੋਗ੍ਰਾਮ ਜਾਂ 25 ਮਾਈਕਰੋਗ੍ਰਾਮ 'ਤੇ ਹੀ ਅਸੀਂ ਸਟੇਬਲ ਕਰ ਲੈਂਦੇ ਹਾਂ। ਸਟੇਬਲ ਕਰਨ ਦਾ ਮਤਲਬ ਕੀ ਹੋ ਗਿਆ ਕਿ ਉਹਨਾਂ ਦੇ ਵਿੱਚ ਥਾਇਰਾਇਡ ਦੀ ਕਮੀ ਦੇ ਕਾਰਨ ਜਿਹੜੀਆਂ ਕਮੀਆਂ ਸਰੀਰ ਦੇ ਵਿੱਚ ਆਪਾਂ ਨੂੰ ਦਿਖ ਨਹੀਂ ਰਹੀਆਂ, ਅਸੀਂ ਉਹ ਕਮੀਆਂ ਨੂੰ ਤੇ ਅਸੀਂ ਰੋਕ ਹੀ ਲਿਆ ਔਰ ਅਸੀਂ ਉਹਨਾਂ ਦੇ ਵਿੱਚ ਸਿੰਪਟਮ ਤੇ ਹੋਣੇ ਹੀ ਨਹੀਂ ਦਿੱਤੇ। ਉਸ ਤੋਂ ਪਹਿਲੇ ਹੀ ਅਸੀਂ ਉਹਨਾਂ ਦੀ ਉਹ ਬਿਮਾਰੀ ਨੂੰ ਲੈਵਲ ਤੇ ਕਰ ਲਿਆ ਔਰ ਉਹਨਾਂ ਦੇ ਵਿੱਚ ਉਹ ਜਿਹੜਾ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਸਕ, ਚਾਹੇ ਉਹ ਕਾਰਡੀਓਮਾਇਓਪੈਥੀ, ਚਾਹੇ ਉਹਨਾਂ ਦੇ ਆਪਣਾ ਕੋਈ ਡਿਪਰੈਸ਼ਨ ਵਾਲੇ ਸਿੰਪਟਮ, ਚਾਹੇ ਉਹਨਾਂ ਦਾ weight gain, ਚਾਹੇ ਮੋਟਾਪਾ ਆਉਣਾ, ਚਾਹੇ ਸੋਜਾ ਪੈਣਾ, ਇਹ ਕਿਸੇ ਵੀ ਤਰ੍ਹਾਂ ਦੇ ਲੱਛਣ ਅਸੀਂ ਉਹਨਾਂ ਨੂੰ ਨਹੀਂ ਹੋਣ ਦਿੰਦੇ। ਉਸ ਤੋਂ ਪਹਿਲੇ ਹੀ ਅਸੀਂ ਇੱਕ ਜਿੱਦਾਂ ਕਰੋਨਾ ਦੀ ਵੈਕਸੀਨ ਦੇ ਕੇ ਅਸੀਂ ਕਰੋਨਾ ਨੂੰ ਠੀਕ ਕਰ ਲਿਆ, ਅਸੀਂ ਇੱਦਾਂ ਹੀ ਥਾਇਰਾਇਡ ਦੇ ਵਿੱਚ ਪੇਸ਼ੈਂਟਾਂ ਨੂੰ ਥਾਇਰਾਇਡ ਦੀ ਬਿਲਕੁਲ ਥੋੜ੍ਹੀ ਦਵਾਈ ਦੇ ਕੇ ਅਸੀਂ ਉਹਨਾਂ ਨੂੰ ਥਾਇਰਾਇਡ ਦੀ ਬਿਮਾਰੀ ਨਹੀਂ ਹੋਣ ਦਿੰਦੇ। ਬਸ ਇਹ ਅਸੀਂ ਮੈਂ ਇਹੀ ਕਹਿਣਾ, ਆਯੁਰਵੇਦ ਕੀ ਕਹਿੰਦਾ ਹੈ ਕਿ ਹਰ ਵੈਦਿਆ ਆਪਣੇ ਰੋਗੀਆਂ ਦੀ ਅਵਸਥਾ ਆਪਣੇ ਏਰੀਏ ਦੀ ਜ਼ਰੂਰਤਾਂ ਦੇ ਮੁਤਾਬਕ, ਆਪਣੇ ਏਰੀਏ ਦੇ ਵਾਤਾਵਰਣ ਜਾਂ ਮੌਸਮ ਦੇ ਮੁਤਾਬਕ ਆਪਣੇ ਇਲਾਜ ਦੀ ਬੁਨਿਆਦ ਬਣਾਵੇ। ਸੋ ਕੀ ਹੈਗਾ ਕਿ ਆਪਾਂ ਆਪਣੇ ਰੀਜਨ ਦੇ ਵਿੱਚੋਂ ਹੀ ਆਪਾਂ ਦਵਾਈਆਂ ਲੈਣੀਆਂ, ਆਪਣੇ ਰੀਜਨ 'ਚੋਂ ਹੀ ਆਪਾਂ ਜੜੀਆਂ ਬੂਟੀਆਂ ਲੈਣੀਆਂ, ਉਹਨਾਂ ਦੇ ਨਾਲ ਹੀ ਆਪਣੇ ਲੋਕਾਂ ਦੀ ਆਪਾਂ ਸਿਹਤ ਸੰਭਾਲ ਨੂੰ ਬੈਟਰ ਕਰਨਾ ਹੈ। ਸੋ ਇਸ ਕਰਕੇ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਵੀ ਦਵਾਈ ਬਿਮਾਰੀ ਹੋਣ ਦੇ ਉੱਤੇ ਆਪਾਂ ਅਮਰੀਕਾ ਵੱਲ ਜਾਂ ਕਿਤੇ ਬਾਹਰ ਝੱਕਣਾ, ਆਪਾਂ ਆਪਣੇ ਹੀ ਆਪਾਂ ਹੀ ਸੋਚਣਾ ਕਿ ਆਪਣੇ ਕੋਲ ਕੀ ਕਮੀਆਂ ਨੇ ਜਾਂ ਆਪਣੇ ਕੋਲ ਕੀ ਗਲਤੀਆਂ ਹੋਈਆਂ ਨੇ ਜਿਹਦੇ ਕਰਕੇ ਆਪਣੇ ਸਮਾਜ ਦੇ ਵਿੱਚ ਇਹ ਬਿਮਾਰੀ ਘਰ ਕਰ ਰਹੀ ਹੈ। ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।